ਸੋ ਸਟੂਡੈਂਟ ਇਲੈਕਟ੍ਰੀਕਲ ਮਸ਼ੀਨ ਦੇ ਵਿੱਚ ਜੋ ਆਰਟੀਕਲ ਡਿਸਕਸ ਕਰਨਾ ਉਹ ਹੈ ਟਰਾਂਸਫਾਰਮਰ। ਸੋ ਵਾਟ ਇਜ਼ ਟਰਾਂਸਫਾਰਮਰ? ਸੋ ਬੇਸਿਕਲੀ ਟਰਾਂਸਫਾਰਮਰ ਇਜ਼ ਅ ਸਟੈਟਿਕ ਡਿਵਾਈਸ। ਇਹਨੂੰ ਸਟੈਟਿਕ ਡਿਵਾਈਸ ਇਸ ਲਈ ਕਹਿੰਦੇ ਆ ਬਿਕੋਜ਼ ਇਹਦੇ ਵਿੱਚ ਕੋਈ ਰੋਟੇਟਿੰਗ ਪਾਰਟਸ ਨਹੀਂ ਹੁੰਦਾ। So due to the no rotating parts, it is also called a static transformer. Second one is the word transformer come from the word transform. ਜਿਹੜਾ transformer ਵਾ ਉਹ ਜਿਹੜਾ word ਆ ਉਹ ਆਇਆ transform ਤੋਂ। So third point is transformer is not an energy conversion device, but it is device that changes electrical power at one voltage level into electrical power at another voltage level through the action of magnetic field, but with the proportional increase or decrease in the current ratings without change in frequency. So frequency change नहीं होगी but ਜਿਹੜਾ अपना electrical power है एक voltage level तो change हो जाएगा into the another voltage level due to the action of magnetic field. So frequency fix ਰਹੂਗੀ but ਜਿਹੜਾ ਕੀ ਹੈ voltage level ਆ ਉਹ ਹੋ ਜਾਊਗਾ change ਹੋ ਜਾਊਗਾ। ਸੋ ਲਾਸਟ ਵਨ ਇਜ਼ ਟਰਾਂਸਫਾਰਮਰ ਜਿਹੜਾ ਉਹ ਸਟੈਪ ਅਪ ਹੋ ਸਕਦਾ ਔਰ ਸਟੈਪ ਡਾਊਨ ਕਰ ਸਕਦਾ ਵੋਲਟੇਜ। ਸੋ ਇਟ ਕੈਨ ਬੀ ਸਟੈਪ ਅਪ ਔਰ ਸਟੈਪ ਡਾਊਨ। ਸੋ ਨੈਕਸਟ ਵਨ ਇਜ਼ ਬੇਸਿਕ ਪਾਰਟਸ ਆਫ ਅ ਟਰਾਂਸਫਾਰਮਰ। ਬੇਸਿਕਲੀ ਟਰਾਂਸਫਾਰਮਰ ਦੇ ਵਿੱਚ 3 ਮੇਨ ਪਾਰਟਸ ਹੁੰਦੇ ਆ। ਫਸਟ ਵਨ ਇਜ਼ ਪ੍ਰਾਇਮਰੀ ਕੋਇਲ ਔਰ ਪ੍ਰਾਇਮਰੀ ਵਾਈਂਡਿੰਗ। ਸੈਕੰਡ ਵਨ ਇਜ਼ ਸੈਕੰਡਰੀ ਕੋਇਲ ਔਰ ਸੈਕੰਡਰੀ ਵਾਈਂਡਿੰਗ ਐਂਡ ਥਰਡ ਵਨ ਇਜ਼ ਕੋਰ। ਜੋ ਕੋਰ ਆ ਉਹ ਸਪੋਰਟ ਕਰਦਾ ਦੋਨੋਂ ਵਾਈਂਡਿੰਗਸ ਨੂੰ, ਪ੍ਰਾਇਮਰੀ ਵਾਈਂਡਿੰਗ ਐਜ਼ ਵੈਲ ਐਜ਼ ਸੈਕੰਡਰੀ ਵਾਈਂਡਿੰਗ। ਸੋ ਦਿਸ ਇਜ਼ ਅ ਬੇਸਿਕ ਡਾਇਗਰਾਮ ਆਫ ਟਰਾਂਸਫਾਰਮਰ। ਸੋ ਟਰਾਂਸਫਾਰਮਰ ਦੇ ਵਿੱਚ ਜੋ ਰੈੱਡ ਕਲਰ ਦੇ ਵਿੱਚ ਵਾਈਂਡਿੰਗ ਸ਼ੋ ਕੀਤੀ ਹੋਈ ਹੈ ਉਹ ਹੈ ਪ੍ਰਾਇਮਰੀ ਵਾਈਂਡਿੰਗ। ਸੋ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਜੋ NP ਆ ਉਹ ਹੈ ਨੰਬਰ ਆਫ ਪ੍ਰਾਇਮਰੀ ਟਰਨਸ ਐਂਡ IP ਇਜ਼ ਪ੍ਰਾਇਮਰੀ ਕਰੰਟ ਐਂਡ VP ਇਜ਼ ਪ੍ਰਾਇਮਰੀ ਵੋਲਟੇਜ। ਸੋ ਜੋ ਬਲੂ ਕਲਰ ਦੇ ਵਿੱਚ ਵਾਈਂਡਿੰਗ ਸ਼ੋ ਕੀਤੀ ਹੋਈ ਹੈ ਬਾਉਂਡ ਕੀਤੀ ਹੋਈ ਹੈ ਉਹ ਹੈ ਸੈਕੰਡਰੀ ਵਾਈਂਡਿੰਗ। ਸੋ NS ਇਜ਼ ਸੈਕੰਡਰੀ ਵਾਈਂਡਿੰਗ ਟਰਨਸ ਐਂਡ IS ਇਜ਼ ਅ ਸੈਕੰਡਰੀ ਕਰੰਟ ਐਂਡ VS ਇਜ਼ ਅ ਸੈਕੰਡਰੀ ਵੋਲਟੇਜ। ਸੋ ਜੋ ਗ੍ਰੇ ਕਲਰ ਦੇ ਵਿੱਚ ਸ਼ੋ ਹੈ ਇਹ ਸਾਰਾ ਹੈ ਟਰਾਂਸਫਾਰਮਰ ਕੋਰ। ਇਸ ਨੂੰ ਲੈਮੀਨੇਟਿਡ ਆਇਰਨ ਕੋਰ ਵੀ ਕਹਿ ਦਿੰਦੇ ਆ। ਸੋ ਇਹਦੇ ਵਿੱਚ ਜਿਹੜੀ ਸਾਰੀ ਮੈਗਨੈਟਿਕ ਫਲਕਸ ਆ ਉਹ ਫਲੋ ਹੁੰਦੀ ਹੈ। ਸੋ ਮੈਗਨੈਟਿਕ ਫਲਕਸ ਜੋ ਸ਼ੋ ਕੀਤੀ ਹੋਈ ਹੈ ਉਹ ਹੈ ਗ੍ਰੀਨ ਕਲਰ ਦੇ ਵਿੱਚ। ਸੋ ਬੇਸਿਕਲੀ ਜੋ ਪ੍ਰਾਇਮਰੀ ਵਾਈਂਡਿੰਗ ਆ ਉਹਦੇ ਵਿੱਚ ਫਿਕਸ ਆਪਾਂ ਇੱਕ ਅਲਟਰਨੇਟਿੰਗ AC ਸਪਲਾਈ ਫਿਕਸ ਕਰ ਦਿੰਦੇ ਆ ਐਟ ਦ ਡਿਫਾਈਨਡ ਵੋਲਟੇਜ ਐਂਡ ਫ੍ਰੀਕੁਐਂਸੀ। ਸੋ ਉਹਦੇ ਨਾਲ ਜਿਹੜਾ ਅਲਟਰਨੇਟਿੰਗ ਫਲਕਸ ਆ ਉਹ ਸੈਟਅਪ ਹੋ ਜਾਂਦਾ ਇਨ ਦੀ ਟਰਾਂਸਫਾਰਮਰ ਕੋਰ ਦੇ ਵਿੱਚ। ਸੋ ਟਰਾਂਸਫਾਰਮਰ ਕੋਰ ਦੇ ਵਿੱਚ ਸਾਰਾ ਜਿਹੜਾ ਕੀ ਹੈ ਮੈਗਨੈਟਿਕ ਫਲਕਸ ਸੈਟਅਪ ਹੋ ਜਾਊਗਾ। ਸੋ ਉਹ ਮੈਗਨੈਟਿਕ ਫਲਕਸ ਲਿੰਕ ਕਰੂਗਾ ਵਿਦ ਅਨਦਰ ਕੋਇਲ ਸੈਕੰਡਰੀ ਕੋਇਲ ਦੇ ਨਾਲ। ਸੋ ਇਹ ਪ੍ਰੋਡਿਊਸ ਕਰੂਗਾ ਮਿਊਚੁਅਲੀ ਇੰਡਿਊਸ EMF ਅਕੋਰਡਿੰਗ ਟੂ ਦਾ ਫੈਰਾਡੇ ਲਾ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਸੋ ਵੋਲਟੇਜ ਲੈਵਲ ਆ ਉਹ ਚੇਂਜ ਹੋ ਜਾਊਗਾ ਔਨ ਦੀ ਅਨਦਰ ਸਾਈਡ ਆਫ ਸੈਕੰਡਰੀ ਵਾਈਂਡਿੰਗ ਤੇ ਜੋ ਸੈਕੰਡਰੀ ਵੋਲਟੇਜ ਆ ਉਹ ਕੀ ਚੇਂਜ ਹੋ ਜਾਊਗੀ ਬਟ ਵਿਦ ਅ ਫਿਕਸ ਫ੍ਰੀਕੁਐਂਸੀ। ਸੋ ਫ੍ਰੀਕੁਐਂਸੀ ਫਿਕਸ ਰਹੂਗੀ ਜਿਹੜੀ ਆਪਾਂ ਪਹਿਲੇ ਸਰਕਟ ਨੂੰ ਦਿੱਤੀ ਹੋਈ ਆ ਜੋ ਪ੍ਰਾਇਮਰੀ ਵਾਈਂਡਿੰਗ ਨੂੰ ਪ੍ਰੋਵਾਈਡ ਕੀਤੀ ਹੋਈ ਹੈ। ਬੇਸਿਕਲੀ ਟਰਾਂਸਫਾਰਮਰ ਜਿਹੜਾ ਕੰਮ ਕਰਦਾ ਉਹ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਉੱਤੇ ਕੰਮ ਕਰਦਾ ਤੇ ਇਲੈਕਟ੍ਰਿਕ ਪਾਵਰ ਟਰਾਂਸਫਰ ਕਰਦਾ ਇੱਕ ਸਰਕਟ ਟੂ ਦਾ ਅਨਦਰ ਸਰਕਟ ਬਟ ਵਿਦਆਊਟ ਚੇਂਜ ਇਨ ਫ੍ਰੀਕੁਐਂਸੀ। So next one is basic principle of a transformer. Transformer is a static or stationary pieces of apparatus. So transformer एक static device है, कोई rotating parts ਇਹਦੇ ਵਿੱਚ ਨਹੀਂ ਹੈਗਾ। So first point is transfer electric power from one circuit to another. So transfer करूँगा electric power एक circuit to another circuit without change in frequency. Frequency fix ਰਹੂਗੀ। So basic principle बेस करता upon on the mutually induction between the two circuit linked by a common magnetic flux. So magnetic flux के नाल link करके जो voltage level आ वो change हो जाएगा primary winding to the secondary winding. So next one is types of transformer. So पहला transformer वो है step up transformer. So a transformer in which voltage across secondary is greater than the primary voltage is called a step up transformer.
ਜਿਹਦੇ ਵਿੱਚ ਸੈਕੰਡਰੀ ਦੀ ਜੋ ਵੋਲਟੇਜ ਆ ਉਹ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਦਾ ਪ੍ਰਾਇਮਰੀ ਵੋਲਟੇਜ ਨਾਲੋਂ। ਸੋ ਡਾਇਗਰਾਮ ਦੇ ਵਿੱਚ ਸ਼ੋ ਆ ਜੋ ਪਹਿਲੀ ਵਾਈਂਡਿੰਗ ਹੈ ਗ੍ਰੀਨ ਕਲਰ ਦੇ ਵਿੱਚ ਉਹ ਹੈ ਪ੍ਰਾਇਮਰੀ ਵਾਈਂਡਿੰਗ, ਜੋ ਰੈੱਡ ਕਲਰ ਦੇ ਵਿੱਚ ਸ਼ੋ ਕੀਤੀ ਹੋਈ ਆ ਉਹ ਹੈ ਸੈਕੰਡਰੀ ਵਾਈਂਡਿੰਗ। ਸੋ ਪ੍ਰਾਇਮਰੀ ਵਾਈਂਡਿੰਗ ਤੇ ਜਿਹੜੀ ਵੋਲਟੇਜ ਆ ਉਹ ਹੈ 100 ਵੋਲਟੇਜ। ਸੋ ਜਿਹੜੀ ਸੈਕੰਡਰੀ ਵਾਈਂਡਿੰਗ ਤੇ ਵੋਲਟੇਜ ਪ੍ਰੋਡਿਊਸ ਹੋਈ ਆ ਉਹ ਹੈ 400 ਵੋਲਟੇਜ। ਸੋ ਜਿਹੜੀ ਵੋਲਟੇਜ ਆ ਉਹ ਅਪ ਹੋਈ ਆ, ਸੋ ਇਸ ਲਈ ਇਹਦਾ ਨਾਮ ਪਿਆ ਸਟੈਪ ਅਪ ਟਰਾਂਸਫਾਰਮਰ। So in this transformer, number of turns in the secondary coil is greater than in the primary coil. So ਜਿਹੜੀਆਂ number of turns ਨੇ ਤੁਸੀਂ ਦੇਖੋਗੇ ਆ ਜਿਹੜੀ ਰੈੱਡ ਕਲਰ ਦੇ ਵਿੱਚ ਆ ਇਹ ਟਰਨਸ ਨੇ ਰੈੱਡ ਕਲਰ ਵਾਲੀਆਂ ਸੈਕੰਡਰੀ ਕੋਇਲਸ ਦੀਆਂ। ਸੋ ਇਹਦੇ ਸੈਕੰਡਰੀ ਕੋਇਲਸ ਦੇ ਨੰਬਰ ਆਫ ਟਰਨਸ ਜਿਹੜੀ ਕੋਇਲਸ ਨੇ ਜ਼ਿਆਦਾ ਹੋਣਗੀਆਂ ਐਜ਼ ਕੰਪੇਅਰ ਟੂ ਪ੍ਰਾਇਮਰੀ ਵਾਈਂਡਿੰਗ ਨਾਲੋਂ। ਸੋ ਜੋ ਪ੍ਰਾਇਮਰੀ ਵਾਈਂਡਿੰਗ ਦੇ ਟਰਨਸ ਨੇ ਜੋ ਗ੍ਰੀਨ ਕਲਰ ਦੇ ਵਿੱਚ ਆ ਪ੍ਰਾਇਮਰੀ ਵਾਈਂਡਿੰਗ ਦੇ ਟਰਨਸ ਘੱਟ ਹੋਣਗੀਆਂ ਤੇ ਸੈਕੰਡਰੀ ਵਾਈਂਡਿੰਗ ਦੇ ਟਰਨਸ ਜ਼ਿਆਦਾ ਹੋਣਗੀਆਂ। ਸੋ ਇਸੇ ਕਰਕੇ ਜਿਹੜੀ ਕੀ ਆ ਵੋਲਟੇਜ ਆ ਸੈਕੰਡਰੀ ਵਾਈਂਡਿੰਗ ਦੇ ਉੱਤੇ ਉਹ ਜ਼ਿਆਦਾ ਪ੍ਰੋਡਿਊਸ ਹੋਊਗੀ ਕਿਉਂਕਿ ਉਹਦੇ ਵਿੱਚ ਕੋਇਲ ਜ਼ਿਆਦਾ ਨੇ। ਸੋ ਮੋਰ ਆਊਟਪੁੱਟ ਵੋਲਟੇਜ ਪ੍ਰੋਡਿਊਸ ਹੋਊਗੀ ਐਜ਼ ਕੰਪੇਅਰ ਟੂ ਦਾ ਪ੍ਰਾਇਮਰੀ ਵਾਈਂਡਿੰਗ ਨਾਲੋਂ। ਸੋ ਇਸ ਲਈ ਇਹਨੂੰ ਕੀ ਕਹਿੰਦੇ ਆਪਾਂ ਸਟੈਪ ਅਪ ਟਰਾਂਸਫਾਰਮਰ। ਸੋ ਜੋ ਕੋਰ ਆ ਕੋਰ ਦੇ ਵਿੱਚ ਨੰਬਰ ਆਫ ਟਰਨਸ ਜੋ ਆਪਾਂ ਵਾਈਂਡਿੰਗ ਕੀਤੀਆਂ ਹੋਈਆਂ ਪ੍ਰਾਇਮਰੀ ਵਿੱਚ ਨੰਬਰ ਆਫ ਟਰਨਸ ਅਪਰੋਕਸੀਮੇਟਲੀ 5 ਟਰਨਸ ਕੀਤੀਆਂ ਹੋਈਆਂ ਨੇ। ਸੋ ਐਟ ਦ ਸੈਕੰਡਰੀ ਵਾਈਂਡਿੰਗ ਦੇ ਵਿੱਚ ਜੋ ਵਾਈਂਡਿੰਗ ਨੰਬਰ ਆਫ ਟਰਨਸ ਫਾਊਂਡ ਕੀਤੀਆਂ ਉਹ ਹੈ 20 ਟਰਨਸ। ਸੋ ਇਸ ਲਈ ਸੈਕੰਡਰੀ ਵਾਈਂਡਿੰਗ ਦੀਆਂ ਨੰਬਰ ਆਫ ਟਰਨਸ ਜ਼ਿਆਦਾ ਨੇ। ਸੋ ਇਸ ਲਈ ਜਿਹੜੀ ਵੋਲਟੇਜ ਆ ਉਹ ਕੀ ਹੋ ਜੂਗੀ ਸਟੈਪ ਅਪ ਹੋ ਜੂਗੀ। ਸੋ ਵੋਲਟੇਜ ਲੈਵਲ ਜਿਹੜਾ ਕੀ ਆ ਇਨਕਰੀਜ਼ ਹੋ ਜੂਗਾ, ਇਸ ਲਈ ਇਹਦਾ ਨਾਮ ਪਿਆ ਸਟੈਪ ਅਪ ਟਰਾਂਸਫਾਰਮਰ। ਸੋ ਨੈਕਸਟ ਇਜ਼ ਸਟੈਪ ਡਾਊਨ ਟਰਾਂਸਫਾਰਮਰ। ਸਟੈਪ ਡਾਊਨ ਟਰਾਂਸਫਾਰਮਰ ਇਹਦਾ ਨਾਮ ਕਿਉਂ ਪਿਆ ਕਿਉਂਕਿ ਟਰਾਂਸਫਾਰਮਰ ਇਨ ਵਿਚ voltage across secondary is lesser than the primary voltage is called a step down transformer। ਕਿਉਂਕਿ ਇਹਦੇ ਵਿੱਚ ਜੋ ਸੈਕੰਡਰੀ ਵੋਲਟੇਜ ਆ ਉਹ ਘੱਟ ਹੋਊਗੀ ਐਜ਼ ਕੰਪੇਅਰ ਟੂ ਦਾ ਪ੍ਰਾਇਮਰੀ ਵੋਲਟੇਜ ਨਾਲੋਂ। ਸੋ ਇਹਦੇ ਵਿੱਚ ਜੋ ਗ੍ਰੀਨ ਕਲਰ ਦੇ ਵਿੱਚ ਸ਼ੋ ਕੀਤੀ ਹੋਈ ਹੈ ਉਹ ਹੈ ਪ੍ਰਾਇਮਰੀ ਵਾਈਂਡਿੰਗ, ਜੋ ਰੈੱਡ ਕਲਰ ਦੇ ਵਿੱਚ ਸ਼ੋ ਹੈ ਉਹ ਹੈ ਸੈਕੰਡਰੀ ਵਾਈਂਡਿੰਗ। ਸੋ ਪ੍ਰਾਇਮਰੀ ਵਾਈਂਡਿੰਗ ਤੇ ਜਿਹੜੀ ਵੋਲਟੇਜ ਅਵੇਲੇਬਲ ਆ ਉਹ ਹੈ 1000 ਵੋਲਟੇਜ। ਸੋ ਸੈਕੰਡਰੀ ਵਾਈਂਡਿੰਗ ਤੇ ਜਿਹੜੀ ਵੋਲਟੇਜ ਆਪਾਂ ਨੂੰ ਅਵੇਲੇਬਲ ਹੋਈ ਆ ਉਹ ਹੈ 200 ਵੋਲਟੇਜ। ਸੋ ਵੋਲਟੇਜ ਜੋ ਸੈਕੰਡਰੀ ਵਾਈਂਡਿੰਗ ਤੇ ਆ ਉਹ ਘੱਟ ਵੋਲਟੇਜ ਆਪਾਂ ਨੂੰ ਆਊਟਪੁੱਟ ਮਿਲੀ ਆ। ਸੋ ਇਸ ਲਈ ਇਹਦਾ ਨਾਮ ਪਿਆ ਸਟੈਪ ਡਾਊਨ ਟਰਾਂਸਫਾਰਮਰ। So in this transformer, number of turns in the secondary coil is lesser than that in the primary coil. So this create a lesser voltage across the secondary coil। ਕਿਉਂਕਿ number of turns ਨੇ ਜਿਹੜੀਆਂ secondary coil ਦੀਆਂ ਉਹ ਘੱਟ ਹੋਣਗੀਆਂ as compared to primary winding ਨਾਲ। ਸੋ ਰੈੱਡ ਕਲਰ ਦੇ ਵਿੱਚ ਦੇਖੋ ਤੁਸੀਂ ਸ਼ੋ ਕੀਤਾ ਹੋਇਆ। ਸੋ ਨੰਬਰ ਆਫ ਟਰਨਸ ਜਿਹੜੀਆਂ ਨੇ ਇਹ 10 ਟਰਨਸ ਆਪਾਂ ਸ਼ੋ ਕੀਤੀਆਂ ਹੋਈਆਂ ਸੈਕੰਡਰੀ ਵਾਈਂਡਿੰਗ ਦੇ ਵਿੱਚ, ਤੇ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਨੰਬਰ ਆਫ ਟਰਨਸ ਸ਼ੋ ਕੀਤੀਆਂ ਹੋਈਆਂ 50 ਟਰਨਸ। ਸੋ ਜਿਹਦੇ ਕਰਕੇ ਜਿਹੜਾ ਵੋਲਟੇਜ ਲੈਵਲ ਆ ਉਹ ਡਾਊਨ ਹੋ ਜਾਊਗਾ ਤੇ ਆਊਟਪੁੱਟ ਆ ਜਿਹੜੀ ਆਪਾਂ ਨੂੰ ਘੱਟ ਮਿਲੂਗੀ ਐਜ਼ ਕੰਪੇਅਰ ਟੂ ਦਾ ਪ੍ਰਾਇਮਰੀ ਵਾਈਂਡਿੰਗ ਨਾਲ। ਸੋ ਇਹ ਦੋ ਤਰ੍ਹਾਂ ਦੇ ਆਪਣੇ ਕੋਲ ਟਰਾਂਸਫਾਰਮਰ ਹੁੰਦੇ ਆ, ਸਟੈਪ ਅਪ ਟਰਾਂਸਫਾਰਮਰ ਐਂਡ ਸਟੈਪ ਡਾਊਨ ਟਰਾਂਸਫਾਰਮਰ। ਸੋ ਵੋਲਟੇਜ ਲੈਵਲ ਦੋਨਾਂ ਵਿੱਚ ਚੇਂਜ ਹੋ ਜਾਂਦਾ ਡਿਊ ਟੂ ਦਾ ਡਿਪੈਂਡਿੰਗ ਅਪੋਨ ਦੀ ਨੰਬਰ ਆਫ ਟਰਨਸ ਦੇ ਉੱਤੇ। ਸੋ ਨੰਬਰ ਆਫ ਟਰਨਸ ਡਿਪੈਂਡ ਕਰਦੀਆਂ ਨੇ ਪ੍ਰਾਇਮਰੀ ਵਾਈਂਡਿੰਗ ਦੇ ਉੱਤੇ ਕਿੰਨੀਆਂ ਨੰਬਰ ਆਫ ਟਰਨਸ ਨੇ ਤੇ ਸੈਕੰਡਰੀ ਵਾਈਂਡਿੰਗ ਦੇ ਕਿੰਨੀਆਂ ਨੰਬਰ ਆਫ ਟਰਨਸ ਨੇ। ਸੋ ਜਿੰਨੀਆਂ ਨੰਬਰ ਆਫ ਟਰਨਸ ਆਪਾਂ ਚੇਂਜ ਕਰ ਦਾਂਗੇ ਉਸ ਹਿਸਾਬ ਨਾਲ ਆਪਣੇ ਕੋਲ ਸਟੈਪ ਅਪ ਔਰ ਸਟੈਪ ਡਾਊਨ ਟਰਾਂਸਫਾਰਮਰ ਜਨਰੇਟ ਹੋ ਜਾਊਗਾ। ਸੋ ਸਟੂਡੈਂਟ ਇਹ ਸੀਗੇ 2 ਟਾਈਪਸ ਆਫ ਟਰਾਂਸਫਾਰਮਰ।